ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਨਮਾਨ ਆਵਰ ਸਾਹਿਬ ਕਮਾਲ बारगाह इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेरामतमई रखे हथ का सदका जीवन का अज का दिन भी प्राप्त होया। जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे मुकद्दस कदमां दी खाक दे नाम करना नसीब होया। सतगुरु जी दी अथाह निवाजिश दा सदका सोदर चौंकी दे कीर्तन रहरास आरती अरदास ते फिर साहिब जी दे पावन हुक्मनामे आपने झोली च पाए हैं। कुछ समा होर गुरुदेव पातशाह मेरियां पीरियां दे दाते गुरु हरगोबिंद साहिब जी दे महान जीवन प्रसंग अमृत जीवन कथड़ियां राही मन गुरु चरना नाल जुड़ सके। एकाग्रता अदब ते आनंद दी दात झोली च पै सके। इसलिए जितने माता भराता हाजरीन हाजरी भर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु गोबिंद सिंह साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना प्रेम सहित आपने सरवण किया कि सतगुरु पातशाह जी ने भाई गुरदास जी नूं अपने सुभागे दीदार लई कोल बुलाया और पुछया बई भाई साहब चंगे घोड़े खरीदन गए घोड़े तो आ गए पर तुसी नहीं आए सानू दसिया भी नहीं किहड़े देश विच जाके तुसी ठिकाणा कीता। भाई जी ने महाराज के चरणों ते शीस रख के हंझू भरे नेत्रां नाल महाराज जी दे कोलों खिमा प्रार्थना की। सतगुरु पातशाह जी ने वड्याया कि उसका मान कई गुणा होर वधा दिता। भाई साहब भाई गुरदास जी दे अपने दो बचन हैं मैं आप नाल सांझे करां।
ਜਿਨ੍ਹਾਂ ਵਿੱਚ ਆਪ ਪਹਿਲੇ ਫੁਰਮਾਨ ਕਰਦੇ ਨੇ, ਜੈਸੇ ਬਛੜਾ ਵਿਛਰ ਪਰੇ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜੇ ਗਊ ਦਾ ਬਛੜਾ ਆਪਣੀ ਮਾਂ ਨੂੰ ਛੱਡ ਕੇ, ਗਊ ਮਾਤਾ ਨੂੰ ਛੱਡ ਕੇ, ਤੇ ਗਊ ਮਾਤਾ ਦੇ ਭੁਲੇਖੇ ਹੋਰ ਕਿਸੇ ਗਊ ਦੇ ਅਸਥਾਨਾਂ ਨੂੰ ਮੂੰਹ ਲਾਵੇ ਔਰ ਉਸ ਕੋਲ ਜਾਵੇ, ਤਾਂ ਪਹਿਲੀ ਗੱਲ ਤਾਂ ਇਹ ਹੈ, ਦੂਜੀ ਗਊ ਉਸ ਨੂੰ ਦੁੱਧ ਨਹੀਂ ਪਿਲਾਵੇਗੀ ਤੇ ਨਾਲ ਉਸ ਨੂੰ ਉਸ ਓਪਰੀ ਗਊ ਦੀਆਂ ਲੱਤਾਂ ਦੀ ਮਾਰ ਵੀ ਖਾਣੀ ਪਏ। ਜੈਸੇ ਬਸਰਾ ਬਛਰਾ ਵਿਛਰ ਪਰੇ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾਨਾ ਕਾਹੂ ਬਾਤ ਕੀ। ਰਾਜੇ ਦਾ ਕੋਈ ਸਨਮਾਨਯੋਗ ਦਰਬਾਰੀ ਹੋਵੇ ਤੇ ਰਾਜਾ ਉਸ 'ਤੇ ਬਹੁਤ ਫਖਰ ਮਹਿਸੂਸ ਕਰਦਾ ਹੋਵੇ, ਔਰ ਉਹ ਬਿਨਾਂ ਕਾਰਨ ਇਸ ਰਾਜ ਦਰਬਾਰ ਨੂੰ ਛੱਡ ਕੇ ਤੇ ਕਿਧਰੇ ਹੋਰ ਜਾ ਬੈਠ ਜਾਵੇ, ਮੰਗਤਿਆਂ ਦੀ ਲਾਈਨ ਵਿੱਚ ਬੈਠ ਜਾਏ, ਉਸ ਦਾ ਰਾਜ ਦਰਬਾਰ ਵਾਲਾ ਮਾਣ ਖਤਮ ਹੋ ਜਾਏਗਾ। ਹੋਤ ਮਾਨ ਭੰਗ ਮਹਿਮਾਨਾ ਕਾਹੂ ਬਾਤ ਕੀ। ਤੇ ਕਿਸੇ ਗੱਲ ਦੀ ਵੀ ਉਸ ਦੀ ਵਡਿਆਈ ਨਹੀਂ ਰਹਿ ਜਾਏਗੀ, ਖਤਮ ਹੋ ਜਾਏਗੀ। ਜੈਸੇ ਮਾਨ ਸਰ ਤਜ ਆਨ ਸਰ ਜਾਤ ਹੰਸ, ਖਾਤ ਨਾ ਮੁਕਤਾ ਮੋਲ ਭੁਗਤ ਜੋ ਘਾਤ ਕੀ। ਹੰਸ ਮਾਨ ਸਰੋਵਰ ਦਾ ਤਿਆਗ ਕਰਕੇ ਕਿਸੇ ਤਾਲਾਬ ਛਪੜੀ 'ਤੇ ਜਾ ਬੈਠੇ, ਪਹਿਲੀ ਗੱਲ ਤਾਂ ਉਸ ਦੀ ਖੁਰਾਕ ਉਹਨੂੰ ਉੱਥੇ ਨਹੀਂ ਮਿਲਣੀ, ਮੋਤੀ ਮੁਕਤਾ ਹਲ ਨਹੀਂ ਮਿਲਣੇ, ਕਿਉਂਕਿ ਉਹਦੀ ਖੁਰਾਕ ਤਾਂ ਹੋਈ ਹੈ ਜੈਸੇ ਮਾਨ ਸਰ ਤਜ ਆਨ ਸਰ ਜਾਤ ਹੰਸ, ਖਾਤ ਨਾ ਮੁਕਤਾ ਮੋਲ ਭੁਗਤ ਜੋ ਗਾਤ ਕੀ। ਤੈਸੇ ਗੁਰੂਦੇਵ ਛੋੜ ਆਨ ਦੇਵ ਜਾਤ ਸਿੱਖ, ਰਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ। ਬਿਲਕੁਲ ਇਸੇ ਤਰ੍ਹਾਂ ਜਿਵੇਂ ਆਪਣੀ ਗਊ ਮਾਤਾ ਤੋਂ ਵਿਛੜ ਕੇ ਬਛੜਾ ਕਿਸੇ ਹੋਰ ਗਊ ਦੇ ਅਸਥਾਨਾਂ ਨੂੰ ਮੂੰਹ ਲਾਵੇ ਤੇ ਲੱਤਾਂ ਦੀ ਮਾਰ ਪੈਂਦੀ ਹੈ, ਇਸੇ ਤਰ੍ਹਾਂ ਸਿੱਖ ਵੀ ਜੇ ਗੁਰੂ ਦਾ ਦਰ ਛੱਡ ਕੇ ਹੋਰ ਕਿਧਰੇ ਜਾਵੇ। ਮੈਂ ਬੜਿਆਂ ਨੂੰ ਦੇਖਿਆ, ਮਹਾਰਾਜ ਜੀ ਦੇ ਘਰ ਵੀ ਆਉਣਗੇ, ਗਲ ਵਿੱਚ ਤਾਵੀਜ਼ ਵੀ ਪਾਏ ਹੋਣਗੇ ਤੇ ਜੜੇ ਜੋਤਸ਼ੀਆਂ ਦੀਆਂ ਅੰਗੂਠੀਆਂ ਵੀ ਪਾਈਆਂ ਹੋਣਗੀਆਂ। ਇਹ ਦੋ ਬੇੜੀਆਂ 'ਤੇ ਪੈਰ ਰੱਖਣ ਵਾਲੀ ਗੱਲ ਹੈ। ਦੋ ਬੇੜੀਆਂ 'ਤੇ ਪੈਰ ਰੱਖਣ ਵਾਲਾ ਅੱਜ ਤੱਕ ਤਰਦਾ ਹੋਇਆ ਨਹੀਂ ਦੇਖਿਆ ਗਿਆ, ਡੁੱਬਦਾ ਤਾਂ ਦੇਖਿਆ ਗਿਆ। ਫਿਰ ਜਦ ਮਹਾਰਾਜ ਜੀ ਨੇ ਗਲ ਨਾਲ ਲਾਇਆ, ਬਹੁਤ ਪਿਆਰ ਕੀਤਾ, ਫਿਰ ਦੂਸਰਾ ਬਚਨ ਵੀ ਆਪ ਜੀ ਨੇ ਬੜਾ ਖੂਬਸੂਰਤ ਦਰਜ ਕੀਤਾ ਹੈ। ਪਹਿਲੇ ਲਿਖਿਆ ਜੈਸੇ ਬਛੜਾ ਵਿਛਰ ਪਰੇ ਆਨ ਗਾਏ ਥਨ, ਤੇ ਦੂਜੇ ਵਿੱਚ ਲਿਖਦੇ ਨੇ ਜੈਸੇ ਭੂਲ ਬਛੜਾ ਪਰਤ ਆਨ ਗਾਏ ਥਨ, ਬਹੁਰ ਆ ਪਰਤ ਮਾਤ ਬਾਤ ਨਾ ਸਮਾਰ ਹੈ। ਵਿਛੜ ਗਿਆ ਸੀ, ਭੁਲੇਖਾ ਲੱਗ ਗਿਆ, ਭੁੱਲ ਗਿਆ ਤੇ ਦੂਜੀ ਗਊ ਦੀਆਂ ਛੜੀਆਂ ਖਾ ਕੇ ਆਇਆ, ਪਰ ਜੇ ਪਰਤ ਕੇ ਫਿਰ ਆਪਣੀ ਮਾਂ ਕੋਲ ਹੀ ਆ ਗਿਆ ਤੇ ਫਿਰ ਮਾਂ ਇਹ ਨਹੀਂ ਕਹਿੰਦੀ ਬਈ ਜਾ ਹੁਣ ਉੱਥੇ ਹੀ ਤੇ ਮੈਂ ਤੈਨੂੰ ਗਲ ਨਾਲ ਨਹੀਂ ਲਾਉਣਾ। ਮਾਂ ਉਸੇ ਤਰ੍ਹਾਂ ਮਮਤਾ ਲੁਟਾਉਂਦੀ ਹੈ, ਉਸੇ ਤਰ੍ਹਾਂ ਮਾਣ ਕਰਦੀ ਹੈ, ਉਸੇ ਤਰ੍ਹਾਂ ਉਸ ਨੂੰ ਦੁੱਧ ਪਾਨ ਕਰਾਉਂਦੀ ਹੈ ਔਰ
ਆਪਣੇ ਗਲ ਨਾਲ ਲਾ ਲੈਂਦੀ ਹੈ। ਬਹੁਰ ਆ ਪਰਤ ਮਾਤ ਬਾਤ ਨਾ ਸਮਾਰ ਹੈ, ਜੈਸੇ ਆਣ ਸਰ ਤਜ ਮਾਨ ਸਰ ਆਵੇ ਹੰਸ। ਬੜੇ ਸੋਹਣੇ ਬੋਲ ਨੇ ਭਾਈ ਸਾਹਿਬ ਜੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਜੈਸੇ ਆਣ ਦੁਆਰ ਤਜ ਰਾਜ ਦੁਆਰ ਆਵੇ ਜਨ, ਚੌਗਨੋਂ ਬੜਾਵੇ ਨਾ ਅਵੱਗਿਆ ਉਰਤਾਰ ਹੈ। ਬਿਲਕੁਲ ਇਸੇ ਤਰ੍ਹਾਂ ਜੇ ਸਿੱਖ ਭਾਵੇਂ ਭਟਕ ਗਿਆ ਹੋਵੇ, ਗੁਰੂ ਮਰਿਆਦਾ ਦੀ ਉਲੰਘਣਾ ਕਰਦਾ ਹੋਵੇ, ਗੁਰੂ ਘਰ ਨਾਲ ਉਸ ਦੀ ਨਾ ਨਿਭੀ ਹੋਵੇ, ਪਰ ਫਿਰ ਆ ਜਾਵੇ ਤੇ ਮਹਾਰਾਜ ਫਿਰ ਗਲ ਨਾਲ ਲਾ ਲੈਂਦੇ ਨੇ ਤੇ ਚਿਤਾਰਦੇ ਨਹੀਂ ਕਿ ਛੱਡ ਕੇ ਚਲਾ ਗਿਆ। ਜੇ ਕੋਈ ਮਨਮਤੀਆ ਹੋ ਗਿਆ, ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਬਾਣੀ ਦਾ ਵਿਰੋਧੀ ਹੋ ਗਿਆ, ਸ਼ਖਸੀ ਪੂਜਾ ਵਿੱਚ ਉਲਝ ਕੇ ਰਹਿ ਗਿਆ, ਤੇ ਜੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਏ, ਮਹਾਰਾਜ ਫਿਰ ਗਲ ਨਾਲ ਲਾ ਲੈਂਦੇ। ਇਹ ਨਹੀਂ ਕਹਿੰਦੇ ਬਈ ਹੁਣ ਉੱਥੇ ਹੀ ਜਾ, ਤੇਰੀ ਸਾਨੂੰ ਲੋੜ ਨਹੀਂ। ਫਿਰ ਭਾਈ ਗੁਰਦਾਸ ਜੀ ਨੇ ਵੀ ਬਚਨ ਆਖੇ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰੂ ਹੀ ਆਪਣਾ ਕੋਈ ਐਸਾ ਕੌਤਕ ਵਰਤਾ ਦੇਵੇ ਤੇ ਸਿੱਖ ਦੇ ਬੁੱਧੀ ਤੇ ਪੜਦਾ ਪੈ ਜਾਏ, ਤੇ ਸਿੱਖ ਵਿਚਾਰਾ ਕੌਣ ਹੈ ਜਿਹੜਾ ਉਸ ਤੋਂ, ਉਸ ਦੀ ਮਾਇਆ ਤੋਂ ਬਚ ਸਕਦਾ ਹੋ। ਇਤਿਆਦਕ ਪ੍ਰੇਮਮਈ ਬੋਲ ਆਖੇ ਤੇ ਮਹਾਰਾਜ ਨੇ ਧੰਨ ਧੰਨ ਕਿਹਾ। ਧੰਨ ਪੁਨੇ ਗੁਰਸਿੱਖ ਉਪਕਾਰੀ, ਧੰਨ ਪੁਨੇ ਗੁਰਸਿੱਖ ਉਪਕਾਰੀ, ਜੈ ਜੈ ਹੈ ਤੈ ਕਰਹਿ ਉਧਾਰੀ। ਭਾਈ ਜੀ ਤੁਸੀਂ ਧੰਨ ਹੋ, ਗੁਰਸਿੱਖ ਧੰਨ ਨੇ, ਭਾਵੇਂ ਕਿਧਰੇ ਜਾਣ, ਗੁਰੂ ਦੇ ਨਾਮ ਨਾਲ ਜੋੜ ਕੇ ਸੰਸਾਰ ਨੂੰ ਗੁਰੂ ਨਾਲ ਜੋੜ ਦਿੰਦੇ। ਉਹ ਹੋਰ ਕਿਸੇ ਨਾਲ ਨਹੀਂ ਜੋੜਦੇ। ਇਸ ਗੱਲੋਂ ਮੈਂ ਅਰਜ਼ ਕਰਾਂ, ਈਸਾਈ ਬੜੇ ਸਫਲ ਹੋਏ ਨੇ। ਉਹ ਜਿੱਥੇ ਗਏ ਨੇ ਉਹਨਾਂ ਦੀ ਬਾਈਬਲ ਨਾਲ ਗਈ ਹੈ, ਬਾਈਬਲ ਨੂੰ ਉਹਨਾਂ ਤਿਆਗਿਆ ਨਹੀਂ। ਮੈਂ ਕਈਆਂ ਨੂੰ ਹਵਾਈ ਜਹਾਜ਼ ਵਿੱਚ ਬਾਈਬਲ ਦਾ ਪਾਠ ਕਰਦੇ ਹੋਏ ਦੇਖਿਆ। ਸਾਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਕਰਕੇ ਇਹਨਾਂ ਦਾ ਮਤ ਹੈ, ਪਰ ਸਾਡੇ ਵਿੱਚ ਇਹ ਕਮੀ ਆ ਗਈ ਹੈ ਬਈ ਗੁਟਕਾ ਸਾਨੂੰ ਵਿਸਰ ਗਿਆ, ਨਿਤਨੇਮ ਤੋਂ ਦੂਰ ਹੋ ਗਏ। ਗੁਰੂ ਤੋਂ ਦੂਰ ਹੋਣਾ ਕੀ ਹੈ? ਨਿਤਨੇਮ ਤੋਂ ਦੂਰ ਹੋਣਾ, ਅੰਮ੍ਰਿਤ ਵੇਲੇ ਤੋਂ ਦੂਰ ਹੋਣਾ, ਗੁਰੂ ਦੀ ਸਿੱਖੀ ਤੋਂ ਦੂਰ ਹੋਣਾ, ਕੇਸਾਂ ਦੇ ਸਨਮਾਨ ਤੋਂ ਦੂਰ ਹੋਣਾ। ਇਹ ਅਸਲ ਵਿੱਚ ਗੁਰੂ ਤੋਂ ਦੂਰ ਹੋਣਾ ਹੈ। ਨਿਤਨੇਮ ਡੁੱਬ ਗਿਆ ਤਾਂ ਸਿੱਖ ਡੁੱਬ ਗਿਆ। ਔਰ ਸਾਡੇ ਵਿੱਚ ਬਹੁਤ ਮਿਲ ਜਾਣਗੇ ਸੁਭਾਗਸ਼ਾਲੀ ਵੀ, ਜਿਨ੍ਹਾਂ ਨੇ ਭਾਵੇਂ ਸਰੀਰ ਛੱਡਿਆ ਹੋਵੇ, ਇਸ ਹਾਲਤ ਵਿੱਚ ਹੋਵਣ ਕਿ ਪਤਾ ਨਹੀਂ ਸ਼ਾਮ ਤੱਕ ਬਚਣਗੇ ਕਿ ਨਹੀਂ, ਪਰ ਫਿਰ ਵੀ ਤੜਪ ਨਾਲ, ਪ੍ਰੇਮ ਨਾਲ ਨਿਤਨੇਮ ਕਰਦੇ ਹੋਏ ਦਿਖਾਈ ਪੈਂਦੇ ਨੇ। ਬਹੁਤ ਸਾਰੇ ਐਸੇ ਵੀ ਹੈ। ਇਸ ਲਈ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਧੰਨ ਧੰਨ ਕਹਿੰਦੇ ਨੇ। ਧੰਨ ਪੁਨੇ ਗੁਰਸਿੱਖ ਉਪਕਾਰੀ, ਜੈ ਜੈ ਹੈ ਤੈ ਕਰੇ ਉਧਾਰੀ, ਪਰ ਦੁਖ ਦੇਖ ਨ ਸਕਹਿ ਕਿਰਪਾਲੂ। ਫਿਰ ਗੁਰੂ ਦਾ ਵੀ ਐਸਾ ਸੁਭਾਅ ਹੈ, ਉਹ ਦੂਜਿਆਂ ਦਾ ਦੁੱਖ ਨਹੀਂ ਦੇਖ ਸਕਦੇ। ਉਹ ਕਿਰਪਾ ਦੇ ਘਰ ਹਨ, ਮਹਾਨ ਨਿਵਾਜਸ਼ਾਂ ਕਰਨ ਵਾਲੇ ਹਨ। ਪਰ ਦੁਖ ਦੇਖ ਨ ਸਕਹਿ ਕਿਰਪਾਲੂ, ਦੇਤੇ ਗੁਰਮਤਿ ਆਨੰਦ ਵਿਸਾਲੂ। ਤੇ ਮਹਾਨ ਵੱਡਾ ਆਨੰਦ ਪ੍ਰਦਾਨ ਕਰਨ ਵਾਲੀ ਗੁਰੂ ਦੀ ਮੱਤ ਗੁਰੂ ਸਾਹਿਬ ਆਪਣੇ ਸਿੱਖ ਦੀ ਝੋਲੀ ਵਿੱਚ ਪਾ ਦਿੰਦੇ। ਅਗਲੀ ਵਿਚਾਰ ਸਰਵਣ ਕਰੀਏ। ਇੱਕ ਵਾਰੀ ਸਾਰੇ ਪੇਸ਼ਤਰ ਰੱਖੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ।
तब भाई तुक फेर बनाई। ਇਸ ਤਰ੍ਹਾਂ ਫਿਰ ਭਾਈ ਸਾਹਿਬ ਜੀ ਨੇ ਜੋ ਬਾਣੀ ਰਚੀ, ਤੁਕਾਂ ਲਿਖੀਆਂ ਹਨ, ਅਪਰ ਰੀਤ ਤੇ ਉਚਰ ਸੁਨਾਈ। ਤੇ ਹੋਰ ਢੰਗ ਨਾਲ ਉਹਨਾਂ ਨੇ ਉਚਾਰਨ ਕਰਕੇ ਸੁਣਾਈਆਂ। ਜੋ ਭਾਈ ਜੀ ਦੀ ਪੌੜੀ ਹੈਗੀ ਏ, ਜੈ ਮਾਂ ਪੁੱਤੇ ਵਿਸ ਦੇ ਤਿਸ ਕੌਣ ਪਿਆਰਾ, ਜੇ ਘਰ ਭੰਨੇ ਪਾਹਰੂ ਕੌਣ ਰੱਖਣ ਹਾਰਾ, ਬੇੜੀ ਡੋਬੇ ਪਾਤਣੀ ਕੌਣ ਪਾਰ ਉਤਾਰਾ, ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ, ਜੇਕਰ ਖੇਤੇ ਖਾਏ ਵਾੜ ਕੋ ਲਹੈ ਨ ਸਾਰਾ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਉਸ ਨੂੰ ਭਾਈ ਜੀ ਆਪਣੇ ਬੋਲਾਂ ਰਾਹੀਂ ਉਲੱਥਾ ਕਰ ਰਹੇ ਹਨ। ਸਿੱਖ ਦਾ ਮਾਤ ਕੋਨ ਸਿਸ ਰਖੈ, ਆਖਣ ਲੱਗੇ ਜੇ ਮਾਤਾ ਬਿਖ ਦੇ ਮਾਤ ਕੌਣ ਸਿਸ ਰੱਖੈ। ਜੈਸੇ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਜਨ ਕਹਿੰਦੇ ਨੇ, ਕਿਆ ਬਸ ਜੋ ਬਿਖ ਦੇ ਮਹਤਾਰੀ। ਅਬੋਧ ਬਾਲਕ, ਛੋਟੀ ਉਮਰ ਦਾ ਬਾਲਕ ਮਾਂ ਦੇ ਆਸਰੇ ਪਲਦਾ ਹੈ, ਮਾਂ ਸੰਭਾਲਦੀ ਹੈ, ਮਾਂ ਸੁਲਾਉਂਦੀ ਹੈ, ਮਾਂ ਜਗਾਉਂਦੀ ਹੈ, ਮਾਂ ਖਵਾਉਂਦੀ ਹੈ, ਮਾਂ ਇਸ਼ਨਾਨ ਕਰਾਉਂਦੀ ਹੈ, ਮਾਂ ਬਸਤਰ ਬਦਲਾਉਂਦੀ ਹੈ। ਉਹ ਸਾਰਾ ਇਹਦਾ ਸਾਰਾ ਮਾਂ 'ਤੇ ਹੀ ਡਿਪੈਂਡ ਕਰਦਾ। ਤੇ ਜੇ ਮਾਂ ਹੀ ਉਸ ਨੂੰ ਜ਼ਹਿਰ ਦੇਵੇ ਫਿਰ ਕੌਣ ਬਚਾ ਸਕਦਾ ਹੈ। ਚੋਰਹ ਪਹਿਰੂ ਕੋ ਤਿਸ ਲਖੈ, ਔਰ ਇਸ ਤਰ੍ਹਾਂ ਦੇ ਨਾਲ ਪਹਿਰੇਦਾਰ ਹੀ ਚੋਰੀ ਕਰਨ ਲੱਗ ਪਏ। ਬੜੀ ਵਾਰੀ ਐਸਾ ਦੇਖਣ ਵਿੱਚ ਆਉਂਦਾ ਹੈ ਵੀ ਜਿਸ 'ਤੇ ਜ਼ਿੰਮੇਵਾਰੀ ਹੁੰਦੀ ਹੈ ਸਾਜੋ ਸਮਾਨ ਸੰਭਾਲਣ ਦੀ, ਘਰ ਦਾ ਮਾਣ ਸਨਮਾਨ ਸੰਭਾਲਣ ਦੀ, ਕਈ ਦਫਾ ਪਤਾ ਲੱਗਦਾ ਉਹੀ ਲੁਟੇਰਾ ਬਣ ਗਿਆ, ਉਸਨੇ ਹੀ ਲੁੱਟਣਾ ਸ਼ੁਰੂ ਕਰ ਦਿੱਤਾ। ਪਹਿਰੇਦਾਰ ਹੀ ਜੇ ਲੁਟੇਰਾ ਬਣ ਜਾਵੇ ਫਿਰ ਬੰਦਾ ਕਿਸ ਨੂੰ ਆਖੇ, ਕਿਵੇਂ ਆਪਣਾ ਸਾਜੋ ਸਮਾਨ ਬਚਾਵੇ। ਹਾਂਜੀ, ਪੂਰਤ ਕਰਿਆ ਕੋ ਤਬ ਤਾਰੈ, ਤੇ ਜੇ ਮਲਾਈ ਬੇੜੀ ਨੂੰ ਡੁੱਬਣ ਲੱਗ ਪਵੇ ਤੇ ਫਿਰ ਉਸ ਨੂੰ ਕੌਣ ਤਾਰ ਸਕਦਾ ਹੈ। ਹੱਥ ਹੈ ਭੂਪ ਕਿਸ ਪਾਸ ਪੁਕਾਰੈ, ਤੇ ਜੇ ਰਾਜਾ ਹੀ ਜਿਹੜਾ ਉਹੀ ਮਾਰਨ ਤੇ ਆਮਾਦਾ ਹੋ ਜਾਏ ਵੀ ਮਾਰ ਦੇਣਾ, ਰਾਜੇ ਨੇ ਬਚਾਉਣਾ ਹੁੰਦਾ। ਰਾਜੇ ਦਾ ਫਰਜ਼ ਹੁੰਦਾ ਆਪਣੀ ਪ੍ਰਜਾ ਦੀ ਰਾਖੀ ਕਰਨੀ, ਬਚਾਉਣਾ, ਉਹਨਾਂ ਨੂੰ ਭੋਜਨ ਦਾ, ਸਿਹਤ ਦਾ, ਦਵਾਈਆਂ ਦਾ ਪ੍ਰਬੰਧ ਕਰਨਾ। ਤੇ ਜੇ ਰਾਜਾ ਹੀ ਪ੍ਰਜਾ ਦੀ ਹੱਤਿਆ ਕਰਨ ਲੱਗ ਪਵੇ ਫਿਰ ਕੌਣ ਬਚਾ ਸਕਦਾ ਹੈ, ਕਿਹਦੇ ਕੋਲ ਪ੍ਰਜਾ ਪੁਕਾਰ ਕਰੇ। ਜੇ ਗੁਰ ਸੰਗ ਕਛੂ ਵਰਤਾਰੈ, ਕਹਿਣਾ ਇਹ ਚਾਹੁੰਦੇ ਨੇ ਜੇ ਗੁਰੂ ਪਾਤਸ਼ਾਹ ਆਪ ਹੀ ਸਾਂਗ ਵਰਤਾ ਦੇਵਣ ਤੇ ਸਿੱਖ ਦੀ ਪਰਖ ਕਰਨ ਲੱਗਣ। ਸਿੱਖ ਆਗੇ ਤਬ ਕਹਾਂ ਵਿਚਾਰੈ, ਗੁਰੂ ਦੀ ਪਰਖ ਵਿੱਚ, ਗੁਰੂ ਦੇ ਪਾਏ ਇਮਤਿਹਾਨ ਵਿੱਚ ਸਿੱਖ ਵਿਚਾਰੇ ਦੀ ਕੀ ਪਾਇਆ ਹੈ, ਸਿੱਖ ਵਿਚਾਰੇ ਦਾ ਕੀ ਬਲ ਹੈ। ਉਹ ਤਾਂ ਪਹਿਲੇ ਕਦਮ ਤੇ ਹੀ ਗਿਰ ਜਾਵੇਗਾ। ਇਤਿਆਦਿਕ ਬਹੁ ਸਿਫਤ ਸੁਨਾਈ, ਇਤਿਆਦਿਕ ਹੋਰ ਵੀ ਪਾਤਸ਼ਾਹ ਜੀ ਦੀ ਵਡਿਆਈ ਉਹਨਾਂ ਨੇ ਕੀਤੀ। ਨਿਜ ਲਖੁਤਾ ਕਰ ਗੁਰੂ ਬੜਾਈ, ਪਰ ਬੋਲ ਆਖੇ ਜਿਹਦੇ ਵਿੱਚ ਆਪਣੀ ਕਮਜ਼ੋਰੀ, ਆਪਣਾ ਨੀਵਾਂਪਨ ਤੇ ਆਪਣੇ ਹਿਰਦੇ ਦੀ ਨਿਰਮਾਣਤਾ ਪ੍ਰਗਟ ਹੋਵੇ ਤੇ ਗੁਰੂ ਦੀ ਵਡਿਆਈ ਪ੍ਰਗਟ ਹੋਵੇ। ਸੁਨ ਸਤ ਗੁਰ ਕਹਿ ਬਾਹ ਉਠਾਇਓ, ਫਿਰ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮੋਢਿਆਂ ਤੋਂ ਪਕੜ ਕੇ, ਡੋਲਿਆਂ ਤੋਂ, ਬਾਹਾਂ ਤੋਂ ਭਾਈ ਗੁਰਦਾਸ ਜੀ ਦਾ ਸਿਰ ਆਪਣੇ ਚਰਨਾਂ ਤੋਂ ਚੁੱਕਿਆ। ਆਪਣੇ ਅੰਗ ਸੰਗ ਤਬ ਲਾਇਓ, ਤੇ ਮਹਿਮਾ ਦੇ ਮਾਲਕ, ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗਲ ਨਾਲ ਲਾ ਲਿਆ ਭਾਈ ਗੁਰਦਾਸ ਜੀ ਨੂੰ। ਸਭਨ ਵਿਖੇ ਬੜ ਮਾਨ ਵਧਾਇਓ, ਤੇ ਸਾਰੇ ਸਿੱਖਾਂ ਵਿੱਚ ਬੜਾ ਵੱਡਾ ਮਾਣ ਕੀਤਾ ਭਾਈ ਗੁਰਦਾਸ ਜੀ, ਕਿਉਂਕਿ ਉਸ ਤੋਂ ਵੱਡਾ ਹੋਰ ਕੋਈ ਮਾਣ ਨਹੀਂ। ਅਕਸਰ ਨਾਮ ਅਭਿਆਸੀ, ਨਾਮ ਜਪਣ ਵਾਲੇ, ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ
ਇਸ ਆਸ ਵਿੱਚ ਰਹਿੰਦੇ ਨੇ ਗੁਰੂ ਕਦੋਂ ਗਲ ਨਾਲ ਲਾ ਲਵੇ। ਹਉ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹਿ ਕਬ ਗਦ ਲਾਵੈਂਗੇ। ਤੇ ਜਿਸ ਨੂੰ ਗੁਰੂ ਗਲ ਨਾਲ ਲਾ ਲਵੇ ਉਹਦਾ ਮਾਣ ਤਾਂ ਇਹਨਾਂ ਲੋਕਾਂ ਵਿੱਚ ਹੋ ਜਾਂਦਾ ਹੈ। ਧੰਨ ਧੰਨ ਨਿਜ ਮੁਖ ਫਰਮਾਇਓ। ਤੇ ਨਾਲੇ ਸਾਹਿਬ ਜੀ ਨੇ ਬਾਹਾਂ ਪਕੜ ਕੇ ਉਠਾਇਆ, ਤੇ ਨਾਲੇ ਧੰਨ ਭਾਈ ਗੁਰਦਾਸ, ਧੰਨ ਭਾਈ ਗੁਰਦਾਸ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪਣੀ ਮੁਬਾਰਕ ਰਸਨਾ ਤੋਂ ਆਖਿਆ, ਆਗੇ ਤੇ 10 ਗੁਣ ਬਹੁਮਾਨ। ਤੇ ਪਹਿਲੇ ਨਾਲੋਂ 10 ਗੁਣਾ ਜ਼ਿਆਦਾ ਮਾਣ ਕੀਤਾ। ਕਰ ਕੈ ਰਾਖਿਓ ਗੁਰ ਭਗਵਾਨ। ਪਾਰ ਬ੍ਰਹਮ ਪਰਮੇਸ਼ਵਰ ਜੋਤ ਸਤਿਗੁਰੂ ਜੀ ਨੇ ਪਹਿਲੇ ਨਾਲੋਂ ਵੀ 10 ਗੁਣਾ ਜ਼ਿਆਦਾ ਮਾਣ ਕਰਕੇ ਤੇ ਆਪਣੇ ਕੋਲ ਹੀ ਚਰਨਾਂ ਵਿੱਚ ਹੀ ਰੱਖ ਲਿਆ। ਸਭਨ ਬਿਖੈ ਭਾਈ ਜਸ ਪਇਓ। ਔਰ ਪਰ ਇਸ ਤਰ੍ਹਾਂ ਫਿਰ ਸਾਰੇ ਜਗਤ ਵਿੱਚ ਗੁਰਸਿੱਖਾਂ ਵਿੱਚ ਭਾਈ ਗੁਰਦਾਸ ਜੀ ਦਾ ਬੜਾ ਮਾਣ ਵਧਿਆ। ਬਈ ਮਹਾਰਾਜ ਨੇ ਬੜਾ ਮਾਣ ਵਧਾਇਆ ਤੇ ਬਹੁਤ ਪ੍ਰੇਮ ਕਰਕੇ ਗਲ ਨਾਲ ਲਾਇਆ ਹੈ। ਦੇਸ ਬਦੇਸਨ ਮਹਿ ਸੁਨ ਲਿਓ। ਇਹ ਸਾਰਾ ਦੇਸ਼ਾਂ ਵਿਦੇਸ਼ਾਂ ਨੇ ਸੁਣ ਲਿਆ, ਭਾਵ ਸਾਰੀ ਦੁਨੀਆ ਤੱਕ ਭਾਈ ਗੁਰਦਾਸ ਜੀ ਦੀ ਨਿਰਮਾਣਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨਤਾ, ਗਲ ਨਾਲ ਲਾ ਕੇ ਮਾਣ ਦੇਣਾ, ਦੇਸ਼ਾਂ ਵਿਦੇਸ਼ਾਂ ਨੇ ਸੁਣ ਲਿਓ। ਸਭ ਜਗ੍ਹਾ ਇਹ ਜ਼ਿਕਰ ਪਹੁੰਚ ਗਿਆ। ਤੇ ਮੈਂ ਅਰਜ਼ ਕਰਾਂ, ਉਦੋਂ ਹੀ ਨਹੀਂ ਪਹੁੰਚਿਆ, ਅੱਜ ਵੀ ਤੁਹਾਨੂੰ ਇਹ ਜ਼ਿਕਰ ਸੁਣਾਈ ਪੈ ਰਿਹਾ। ਇਹ ਜਿੰਨਾ ਚਿਰ ਬ੍ਰਹਿਮੰਡ ਰਹੇਗਾ, ਭਾਈ ਗੁਰਦਾਸ ਜੀ ਦੇ ਝੁਕਣ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਮੋਢੇ ਫੜ ਕੇ ਚੁੱਕਣ ਦਾ ਇਹ ਜ਼ਿਕਰ ਚੱਲਦਾ ਹੀ ਰਹੇਗਾ। ਗੁਰ ਕਰ ਮਹਿ ਗੁਰਦਾਸ ਬਡੇਰਾ। ਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਭਾਈ ਗੁਰਦਾਸ ਬੜੇ ਸਨਮਾਨਯੋਗ ਨੇ, ਬੜੇ ਵੱਡੇ ਸਨਮਾਨੇ ਹੋਏ ਗੁਰਸਿੱਖ ਹਨ। ਗੁਰਸਿੱਖ ਮਾਨਤ ਭਏ ਕਨੇਰਾ। ਔਰ ਇਸ ਤਰ੍ਹਾਂ ਦੇ ਨਾਲ ਗੁਰਸਿੱਖ ਦਾ ਮਾਣ ਮਹਾਰਾਜ ਜੀਆਂ ਨੇ ਵੱਡਾ ਕਰ ਦਿੱਤਾ। ਸਾਰੇ ਸਿੱਖ ਉਹਨਾਂ ਨੂੰ ਮੰਨਦੇ ਹਨ। ਦੋਹਰਾ ਬਸ ਹੈ ਬਾਸ ਕਰਤਾਰਪੁਰ, ਸੂਰਜ ਮਲ ਸਸੁਰਾਰ। ਇਸ ਤਰ੍ਹਾਂ ਜਿਹੜਾ ਪੰਜਵਾਂ ਅੰਸੂ ਹੈ 7ਵੀਂ ਰਾਸ ਦਾ ਸੰਪੂਰਨ ਹੋਇਆ। ਤੇ ਅਗਲਾ 6ਵਾਂ ਅੰਸੂ ਜਿਹੜਾ ਇੱਥੋਂ ਪ੍ਰਾਰੰਭ ਹੁੰਦਾ ਹੈ, ਜਿਹਦੇ ਵਿੱਚ ਬਾਬਾ ਸੂਰਜਮਲ ਜੀ ਦੇ ਆਨੰਦ ਕਾਰਜ ਦੀ ਕਥਾ ਆਪ ਸਰਵਣ ਕਰੋਗੇ। ਆਰੰਭਤਾ ਵਿੱਚ ਭਾਈ ਸਾਹਿਬ ਕਹਿੰਦੇ ਨੇ, ਬਸਹਿ ਬਾਸ ਕਰਤਾਰਪੁਰ। ਬਾਬਾ ਸੂਰਜਮਲ ਜੀ ਦੇ ਸਹੁਰੇ ਕਰਤਾਰਪੁਰ ਵਿੱਚ ਨਿਵਾਸ ਰੱਖਦੇ ਹਨ। ਗੁਰ ਦਿੱਤੇ ਟਿਕ ਗਇਓ, ਤਬ ਵਿਆਹੋ ਭੂਤ ਵਿਚਾਰ। ਉਹਨਾਂ ਦੇ ਸਸੁਰਾਲੀ ਸਹੁਰਾ ਸਾਹਿਬ ਬਾਬਾ ਸੂਰਜਮਲ ਜੀ ਦੇ ਬਾਬਾ ਗੁਰਦਿੱਤਾ ਜੀ ਦੇ ਕੋਲ ਪਹੁੰਚੇ ਨੇ ਤੇ ਆਖਿਆ ਕਿਵੇਂ ਆਨੰਦ ਕਾਰਜ ਕਰਨਾ ਹੈ, ਕਦੋਂ ਬਾਰਾਤ ਆਏਗੀ, ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਕਰਨਾ। ਤੇ ਹੁਣ ਜ਼ਿਆਦਾ ਸਮਾਂ ਨਾ ਲਾਓ, ਤਾਰੀਖ ਦੱਸੋ ਕਦੋਂ ਦਾ ਜਿਹੜਾ ਆਨੰਦ ਕਾਰਜ ਦਾ ਦਿਨ ਰੱਖੀਏ। ਚੌਪਈ ਮੋਚਿਤ ਮਹਿ ਅਬ ਦੇਵ ਹੋ ਬਿਆਹੂ। ਮੇਰੇ ਮਨ ਵਿੱਚ ਹੈ ਕਿ ਮੈਂ ਹੁਣ ਵਿਆਹ ਦੇ ਦੇਵਾਂ, ਆਨੰਦ ਕਾਰਜ ਦਾ ਦਿਨ ਮਿਥ ਲਵਾਂ। ਆਇਓ ਬੂਝਣ ਤੁਮਰੇ ਪਾਹੂ। ਤੇ ਹੇ ਬਾਬਾ ਗੁਰਦਿੱਤਾ ਜੀ, ਮੈਂ ਆਪ ਜੀ ਦੇ ਕੋਲ ਪੁੱਛਣ ਵਾਸਤੇ ਆਇਆ, ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣ ਵਾਸਤੇ ਆਇਆ ਹਾਂ। ਸੁਣ ਸ੍ਰੀ ਗੁਰ ਦਿੱਤੇ ਪੁਨ ਕਹਿਓ। ਜਦ ਇਹ ਬਚਨ ਸੁਣੇ ਤਾਂ ਬਾਬਾ ਗੁਰਦਿੱਤਾ ਜੀ ਨੇ ਅੱਗੋਂ ਆਖਿਆ, ਭਲੇ ਮਨੋਰਥ ਤੋਂ ਉਰ ਲਹਿਓ। ਤੇ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ, ਤੁਹਾਡੇ ਮਨ ਦੀ ਭਾਵਨਾ ਜਿਹੜੀ ਹੈ ਚੰਗੀ ਹੈਗੀ ਹੈ। ਸਾਹੇ ਕੋ ਨਿਕਸਾਏ ਪਠਵਾਹੋ। ਔਰ ਇਸ ਤਰ੍ਹਾਂ ਜਿਹੜਾ ਦਿਨ ਤੁਸੀਂ ਚਾਹੁੰਦੇ ਹੋ ਸੋਧ ਕੇ ਵਿਚਾਰ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਭੇਜ ਦੇਵੋ। ਗੁਰ ਹਰਖੈ ਅਬ ਨਹਿ ਬਿਲਮਾਬੋ। ਤੇ ਹੁਣ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ, ਮਹਾਰਾਜ ਜੀ ਪ੍ਰਸੰਨ ਹੋਵਣਗੇ। ਸੁਨ ਸਲਾਹ ਨਿਜ ਮੰਦਰ ਆਇਓ। ਔਰ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਕੋਲੋਂ ਸਲਾਹ ਲੈ ਕੇ ਮਸ਼ਵਰਾ ਕਰਕੇ ਤੇ ਆਪਣੇ ਘਰ ਆ ਪਹੁੰਚੇ। ਬੈਠ ਵਿਪਰ ਕੋ ਨਿਕਟ ਬੁਲਾਇਓ। ਤੇ ਵਿਪਰ ਦਾ ਮਤਲਬ ਬਹੁ ਕਰਕੇ ਬ੍ਰਾਹਮਣ ਹੁੰਦਾ।
ਪਰ ਇੱਥੇ ਸਿਆਣਾ ਹੈ। ਜਿਹੜਾ ਸਿਆਣਾ ਮਨੁੱਖ ਹੋਵੇ, ਉਹਨਾਂ ਦਿਨਾਂ ਵਿੱਚ ਬਹੁਤ ਸਿਆਣੇ ਮਨੁੱਖ ਘੱਟ ਸਨ ਜਿਹੜੇ ਜੰਤਰੀ ਦੇਖ ਸਕਣ, ਤਾਰੀਖਾਂ ਦਾ ਪਤਾ ਹੋਵੇ। ਬਹੁਤੀ ਅਨਪੜ੍ਹ ਜਨਤਾ ਹੁੰਦੀ ਸੀ, ਇਸ ਕਰਕੇ ਕਿਸੇ ਸਿਆਣੇ ਬੰਦੇ ਨੂੰ ਬੁਲਾਇਆ ਜਾਂਦਾ ਸੀ। ਜੇ 40-50 ਸਾਲ ਵੀ ਪਿੱਛੇ ਚਲੇ ਜਾਓਗੇ ਨਾ, ਤੇ ਤੁਹਾਨੂੰ ਪਤਾ ਚੱਲੇਗਾ ਵੀ ਸਾਰੇ ਪਿੰਡ ਵਿੱਚ ਕੋਈ ਇੱਕ ਅੱਧਾ ਹੀ ਪੜ੍ਹਿਆ ਲਿਖਿਆ ਹੈ ਜਿਹੜਾ ਚਿੱਠੀ ਪੱਤਰ ਕਰ ਸਕਦਾ ਹੋਵੇ, ਆਇਆ ਪੱਤਰ ਪੜ੍ਹ ਸਕਦਾ ਹੋਵੇ। ਤੇ ਸਾਰੇ ਪਿੰਡ ਵਿੱਚ ਚਿੱਠੀ ਵੀ ਕੋਈ ਮਹੀਨੇ 2 ਮਹੀਨਿਆਂ 'ਚ ਇੱਕ ਅੱਧੀ ਆਉਂਦੀ ਸੀ। ਪਰ ਲੋਕ ਉਂਝ ਸਿਆਣੇ ਵੀ ਸਨ, ਪਰ ਖਾਸ ਦਿਨਾਂ 'ਤੇ ਪੜ੍ਹੇ ਲਿਖੇ ਬੰਦੇ ਨੂੰ ਬੁਲਾ ਕੇ, ਸਿਆਣੇ ਬੰਦੇ ਨੂੰ ਬੁਲਾ ਕੇ ਤੇ ਜੰਤਰੀ ਆਦਿਕ ਦੇਖ ਕੇ ਤਾਰੀਖ ਰੱਖੀ ਜਾਂਦੀ ਸੀ। ਮਮ ਪੁੱਤਰੀ ਕੋ ਸੋਧ ਹੋ ਸਾਹ। ਆਖਿਆ ਤੁਸੀਂ ਜਿਹੜਾ ਹੈ ਜੰਤਰੀ ਨੂੰ ਦੇਖੋ ਤੇ ਉਹ ਦਿਨ ਵਿਚਾਰ ਕਰੋ ਜਿਸ ਦਿਨ ਮਹਾਰਾਜ ਜੀ ਦੇ ਘਰ ਸਾਏ ਚਿੱਠੀ ਭੇਜੀ ਜਾਵੇ। ਲਿਖ ਭੇਜ ਹੈ ਪੁਨ ਸਤਿਗੁਰ ਪਾਹ। ਤੇ ਪੱਤਰਕਾ ਲਿਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕੀਤੀ ਜਾਵੇ। ਸੁਨ ਤਿਜ ਪਤਰੇ ਦੇਖ ਵਿਚਾਰਿਓ। ਇਸ ਤਰ੍ਹਾਂ ਜਿਹੜੇ ਸਿਆਣੇ ਪੜ੍ਹੇ ਲਿਖੇ ਸਨ, ਉਹਨਾਂ ਨੇ ਜੰਤਰੀ ਦੇਖੀ ਤੇ ਪੁੱਛਿਆ ਬਈ ਤੁਹਾਨੂੰ ਕਿਹੜੀ ਤਾਰੀਖ ਸਹੀ ਹੈ, ਕਦੋਂ ਪ੍ਰਬੰਧ ਹੋ ਸਕਦਾ ਹੈ। ਉਸ ਢੰਗ ਦੇ ਨਾਲ ਵਿਚਾਰ ਕੀਤੀ। ਮਾਸ ਵਿਸਾਖ ਵਿਖੈ ਨਿਰਧਾਰਿਓ। ਇਹ ਫੱਗਣ ਦਾ ਮਹੀਨਾ ਸੀ ਤੇ ਵਿਸਾਖ ਦਾ ਮਹੀਨਾ ਉਹਨਾਂ ਕਿਹਾ ਵੀ ਠੀਕ ਰਹੇਗਾ। 27ਵੀਂ ਲਿਖਦੀ ਪਾਤੀ। ਤੇ ਵਿਸਾਖ ਦੀ 27 ਤਾਰੀਖ ਦੀ ਪੱਤਰਕਾ ਲਿਖ ਦਿੱਤੀ ਕਿ 27 ਵਿਸਾਖ ਨੂੰ ਬਰਾਤ ਲੈ ਕੇ ਆਵੋ। ਤਿਜ ਬਰ ਕਰਿਓ ਤਿਆਰ ਭਲ ਭਾਂਤੀ। ਤੇ ਨਾਲ ਬ੍ਰਾਹਮਣ ਨੂੰ ਲਾਗ ਦੇ ਕੇ ਤੇ ਪੱਤਰਕਾ ਦੇ ਕੇ ਇਸ ਤਰ੍ਹਾਂ ਹੁੰਦਾ ਸੀ, ਵਿਚੋਲਾ ਜਾਂਦਾ ਸੀ, ਬ੍ਰਾਹਮਣ ਨਾਲ ਜਾਂਦੇ ਸਨ ਜਾਂ ਲਾਗੀ ਆਦਿਕ ਜਾਂਦੇ ਸਨ, ਪੱਤਰਕਾ ਪਹੁੰਚਾ ਕੇ ਆਉਂਦੇ ਸਨ। ਸ੍ਰੀ ਗੁਰ ਦਿੱਤੇ ਤਬ ਕਹਿ ਭੇਜਾ। ਬਾਬਾ ਗੁਰਦਿੱਤਾ ਜੀ ਨੇ ਵੀ ਇਸ ਤਰ੍ਹਾਂ ਕਹਿ ਕੇ ਜਿਹੜਾ ਪੱਤਰਕਾ ਲੈ ਕੇ ਆਇਆ ਨਾਲ ਭੇਜਿਆ। ਹਮ ਹੈ ਤਿਆਰ ਸੰਗ ਦਿਜ ਲੈ ਜਾ। ਅਸੀਂ ਵੀ ਆਪਣੇ ਨਾਲ ਜਿਹੜੇ ਸਮਝਦਾਰ ਸਿਆਣੇ ਗੁਰਸਿੱਖ ਨੇ ਨਾਲ ਲੈ ਕੇ ਜਾਵਾਂਗੇ। ਇੱਕ ਦਿਨ ਪੁਰ ਬਿਤਾਏ ਕਰ ਚਾਲੇ। ਇੱਕ ਦਿਨ ਇਸ ਤਰ੍ਹਾਂ ਨਗਰ ਵਿੱਚ ਬਿਰਤਾ ਕੇ ਫਿਰ ਚੱਲੇ ਹਨ। ਦਿਜ ਸਾਹਲੇ ਕਰ ਨਿਜ ਨਾਲੇ। ਔਰ ਇਸ ਤਰ੍ਹਾਂ ਸਿਆਣੇ ਮਨੁੱਖ ਗੁਰਸਿੱਖ ਤੇ ਉਹ ਸਾਹੇ ਦੀ ਲਿਖੀ ਹੋਈ ਪੱਤਰਕਾ ਨਾਲ ਲੈ ਕੇ ਆਨ ਸੁਦਾਸਰ ਪੁਰੀ ਪਰਵੇਸੇ। ਤੇ ਆ ਕੇ ਸੁਦਾਸਰ ਸ੍ਰੀ ਅੰਮ੍ਰਿਤ ਸਰੋਵਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਪਹੁੰਚੇ ਹਨ। ਮਿਲੇ ਤਭੈ ਪਰਵਾਰ ਅਸੇਸੇ। ਤੇ ਸਾਰੇ ਪਰਿਵਾਰ ਨੂੰ ਆ ਕੇ ਮਿਲੇ ਹਨ। ਕਰ ਡੇਰਾ ਕਰ ਚਰਨ ਪਖਾਰੇ। ਫਿਰ ਟਿਕਾਣਾ ਕੀਤਾ ਤੇ ਹੱਥ ਮੂੰਹ ਧੋਤਾ, ਚਰਨ ਆਦਿਕ ਪਖਾਰੇ। ਬਸਤਰ ਸ਼ਸਤਰ ਸੁੰਦਰ ਤਨ ਧਾਰੇ। ਸੋਹਣੇ ਬਸਤਰ ਤੇ ਮਹਾਰਾਜ ਜੀ ਦੀ ਮਿਹਰ ਪ੍ਰਸੰਨਤਾ ਲਈ ਸੋਹਣੇ ਸ਼ਸਤਰ ਧਾਰਨ ਕੀਤੇ। ਸਿਰ ਗੁਰ ਦਿੱਤਾ ਲੈ ਦਿਜ ਸਾਥ। ਬਾਬਾ ਗੁਰਦਿੱਤਾ ਜੀ ਜਿਹੜਾ ਸੱਜਣ ਪੱਤਰਕਾ ਲੈ ਕੇ ਆਇਆ ਹੈ, ਉਸ ਨੂੰ ਨਾਲ ਲੈ ਕੇ ਮਿਲੇ ਜਾਏ ਨਿਜ ਪਿਤ ਜਗਨਾਥ। ਤੇ ਸਾਰੇ ਜਗਤ ਦੇ ਮਾਲਕ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ ਹਨ। ਕਰ ਬੰਧਨ ਬੈਠਿਓ ਤਬ ਪਾਸ। ਤੇ ਨਮਸਕਾਰ ਕਰਕੇ ਮਹਾਰਾਜ ਜੀਆਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਆ ਬੈਠੇ ਹਨ। ਪੁੱਤਰ ਬਿਲੋਕ ਪ੍ਰਮੋਦ ਪ੍ਰਕਾਸ਼। ਔਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਨੂੰ ਪ੍ਰਸੰਨ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ। ਧਰ ਸਨੇਹ ਸਿਰ ਪਰ ਕਰ ਫੇਰਾ। ਤੇ ਬੜਾ ਪ੍ਰੇਮ ਭਰਿਆ ਹੱਥ ਮਹਾਰਾਜ ਜੀ ਨੇ ਸਨੇਹ ਸਹਿਤ ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਫੇਰਿਆ ਹੈ। ਕੁਸਲ ਬੂਝ ਪ੍ਰੇਮ ਬਰ ਮੁਖ ਹੇਰਾ। ਔਰ ਇਸ ਤਰ੍ਹਾਂ ਦੇ ਨਾਲ ਪੁੱਛਿਆ, ਸੁਣਾ ਗੁਰਦਿੱਤਾ ਜੀ ਠੀਕ ਹੈਗੇ, ਸਭ ਪਰਿਵਾਰ ਠੀਕ ਹੈਗਾ ਹੈ। ਤੇ ਇਸ ਤਰ੍ਹਾਂ ਬੜੇ ਪ੍ਰੇਮ ਨਾਲ ਚਿਹਰਾ ਦੇਖਿਆ। ਦਿਜ ਸਨ ਮੁਖ ਬੈਠਿਓ ਤਬ ਆਨ। ਇਹ ਜਿਹੜਾ ਸਿਆਣਾ ਮਨੁੱਖ, ਦਿਜ ਦਾ ਮਤਲਬ ਹੈ ਜਿਹੜਾ ਜਿਸ ਦਾ ਦੂਜਾ ਜਨਮ ਹੋਇਆ, ਭਾਵ ਜੋ ਆਤਮ ਗਿਆਨ ਨਾਲ ਓਤ ਪ੍ਰੋਤ ਹੋਵੇ।
ਇਸ ਤਰ੍ਹਾਂ ਦੇ ਸਿੱਖ ਬਹੁਤ ਸਨ ਮਹਾਰਾਜ ਜੀ ਦੇ ਚਰਨਾਂ ਵਿੱਚ, ਉਹ ਵੀ ਨਾਲ ਬੈਠੇ ਹੋਏ ਹਨ। ਕਰੀ ਵਿਆਹ ਕੀ ਬਾਤ ਬਖਾਨ, ਤੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਸੁਪੁੱਤਰ ਸੂਰਜਮਲ ਜੀ ਦੇ ਵਿਆਹ ਦੀ ਗੱਲ ਸ਼ੁਰੂ ਕੀਤੀ। ਵਿਪਰ ਪਠਾਇਓ ਸਾਹਦਕ, ਆਖਿਆ ਉਹਨਾਂ ਨੇ ਲੜਕੀ ਵਾਲਿਆਂ ਨੇ ਇਹ ਸਿਆਣੇ ਮਨੁੱਖਾਂ ਨੂੰ ਸਾਹ ਪੱਤਰਕਾ ਦੇ ਕੇ ਭੇਜਿਆ ਹੈ। ਅਪਰ ਸਕਲ ਤਿਆਰੀ ਨਿਜ ਕੈ ਕੈ, ਹੋਰ ਸਾਰੀ ਬਾਰਾਤ ਦੇ ਟੁਕਾਓ ਦੀ ਆਦਕ ਜੋ ਤਿਆਰੀ ਹੁੰਦੀ ਉਹਨਾਂ ਨੇ ਕਰ ਲਈ ਹੈ। ਫਾਗਣ 20 ਦਿਵਸ ਤਬ ਆਇਓ, ਅੱਜ 20 ਫੱਗਣ ਹੈ ਜਦੋਂ ਇਹ ਸਾਹ ਲੈ ਕੇ ਆਏ ਹਨ। ਵਿਆਹ ਵਿਸਾਖ ਮਾਸ ਕੋ ਦਇਓ, ਤੇ ਆਉਣ ਵਾਲੇ ਵਿਸਾਖ ਮਹੀਨੇ ਦੇ ਸਮੇਂ 27 ਤਾਰੀਖ ਵਿਸਾਖ ਦੀ ਇਹਨਾਂ ਨੇ ਵਿਆਹ ਦਾ ਦਿਨ ਮੁਕਰਰ ਕੀਤਾ ਹੈ। ਸੁਨ ਸਤਿਗੁਰੂ ਸਰਾਹਨ ਕੀਨਾ, ਤੇ ਮਹਿਮਾ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਚੰਗਾ ਕੀਤਾ ਜੋ ਤਾਰੀਖ ਉਹਨਾਂ ਨੇ ਰੱਖੀ ਹੈ। ਇਹ ਨਹੀਂ ਕਿਹਾ ਵੀ ਸਾਡੇ ਕੋਲੋਂ ਤਾਰੀਖ ਪੁੱਛ ਲੈਂਦੇ ਅਸੀਂ ਰੱਖ ਦਿੰਦੇ, ਜਾਂ ਇਹ ਤਾਂ ਸਾਨੂੰ ਸੂਟ ਨਹੀਂ ਕਰਦੀ, ਕਿਉਂਕਿ ਲੜਕੀ ਵਾਲਿਆਂ ਦਾ ਮਾਣ ਕਰਨਾ ਬੜਾ ਜ਼ਰੂਰੀ ਹੁੰਦਾ। ਇਸ ਲਈ ਮਹਾਰਾਜ ਆਪ ਕਰਕੇ ਦੱਸਦੇ ਪਏ ਨੇ। ਆਖਣ ਲੱਗੇ ਜਿਹੜੀ ਤਾਰੀਖ ਉਹਨਾਂ ਰੱਖੀ ਹੈ, ਜਿਹੜਾ ਦਿਨ ਰੱਖਿਆ ਹੈ, ਜਿਹੜਾ ਸਮਾਂ ਰੱਖਿਆ ਚੰਗਾ ਹੈ, ਸਾਨੂੰ ਪ੍ਰਵਾਨ ਹੈ। ਆਛੀ ਬਾਤ ਪਈ ਤਿਨ ਦੀਨਾ, ਇਹ ਗੱਲ ਬੜੀ ਚੰਗੀ ਹੈ ਕਿ ਉਹਨਾਂ ਨੇ ਵਿਆਹ ਦਾ ਦਿਨ ਸਾਨੂੰ ਦੱਸ ਦਿੱਤਾ ਹੈ। ਕਹਿ ਦਿਜ ਕੋ ਸੁਭ ਸਦਨ ਉਤਾਰਾ, ਔਰ ਇਸ ਤਰ੍ਹਾਂ ਜਿਹੜਾ ਸਾਏ ਚਿੱਠੀ ਲੈ ਕੇ ਸਿਆਣੇ ਸੱਜਣ ਆਏ ਸਨ ਉਹਨਾਂ ਨੂੰ ਆਪਣੇ ਘਰ ਉਤਾਰਾ ਦਿੱਤਾ। ਸੁਧ ਜਬ ਭਈ ਸਕਲ ਪਰਵਾਰਾ, ਇਹ ਖੁਸ਼ੀ ਦੀ ਖਬਰ ਮਹਾਰਾਜ ਜੀ ਦੇ ਸਾਰੇ ਪਰਿਵਾਰ ਨਿਕਟਵਰਤੀ ਗੁਰਸਿੱਖ ਸੰਗਤਾਂ ਵਿੱਚ ਪਹੁੰਚੀ। ਜੇ ਮੰਗਲ ਕੇ ਸਗੁਨ ਵਿਸਾਲੇ, ਔਰ ਇਸ ਤਰ੍ਹਾਂ ਜਿਹੜੇ ਮੰਗਲ ਕਾਰਜ ਦੇ ਭਾਵ ਸ਼ੁਭ ਸਮੇਂ ਦੇ ਜਿਹੜੇ ਸ਼ਗਨ ਆਦਿਕ ਹੁੰਦੇ ਹਨ, ਗੁਰੂ ਘਰ ਵਿੱਚ ਤਾਂ ਇੱਕੋ ਹੀ ਸ਼ਗਨ ਹੈਗਾ, ਕੜਾ ਪ੍ਰਸਾਦ ਦੀ ਦੇਗ ਤਿਆਰ ਕਰਨਾ, ਆਨੰਦ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਨਾ। ਸਭ ਤੋਂ ਵੱਡਾ ਸ਼ਗਨ ਚੰਗਾ ਗੁਣ ਇਹੀ ਹੈਗਾ। ਬਾਕੀ ਮਹਾਰਾਜ ਜੀ ਦਾ ਬਚਨ ਹੈ, ਸਾਹ ਗਣੈ ਨ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਗੁਰੂ ਨਾਨਕ ਦੇ ਘਰ ਦੇ ਸਾਰੇ ਸ਼ਗਨ, ਸਾਰੇ ਉਪਸ਼ਗਨ, ਸਾਰੇ ਸ਼ੁਭ ਕਰਮ ਇਸੇ ਵਿੱਚ ਹੀ ਆ ਜਾਂਦੇ ਨੇ। ਆਪ ਜਦੋਂ ਮਹਾਰਾਜ ਜੀ ਦੇ ਦਰ ਤੇ ਆਉਂਦੇ ਹੋ ਤੇ ਕੜਾ ਪ੍ਰਸਾਦ ਦੀ ਦੇਗ ਲੈ ਕੇ ਆਉਂਦੇ। ਤੇ ਹੁਣੇ ਭਾਈ ਮੇਜਰ ਸਿੰਘ ਜੀ ਚਾਵਲਾ ਮੈਨੂੰ ਰਸਤੇ 'ਚ ਮਿਲੇ ਤੇ ਮੈਂ ਕਿਹਾ ਚਲੋ ਮਹਾਰਾਜ ਜੀ ਦੇ ਅੰਦਰ ਇਕੱਠੇ ਚੱਲਦੇ ਮੱਥਾ ਟੇਕਦੇ। ਤੇ ਮੈਨੂੰ ਕਹਿਣ ਲੱਗੇ ਨਹੀਂ, ਮੈਂ ਪਹਿਲੇ ਕੜਾ ਪ੍ਰਸਾਦ ਦੀ ਦੇਗ ਲੈ ਲਵਾਂ ਫਿਰ ਜਾਂਦਾ। ਇਹ ਕੜਾ ਪ੍ਰਸਾਦ ਦੀ ਦੇਗ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਨਾਲ, ਭੇਟਾ ਕਰਨ ਨਾਲ ਤੁਸੀਂ ਸਮਝੋ ਸਾਰੇ ਸ਼ਗਨ ਆਪੇ ਹੀ ਹੋ ਗਏ, ਸਾਰੇ ਸ਼ੁਭ ਕਰਮ ਆਪੇ ਹੀ ਹੋ ਗਏ। ਤੇ ਗੁਰਮਤਿ ਵਿੱਚ ਇਸ ਤੋਂ ਵੱਡਾ ਹੋਰ ਸ਼ੁਭ ਕਰਮ ਕੋਈ ਨਹੀਂ ਹੈ। ਕਰੇ ਪ੍ਰਮੋਦ ਬਿਨੋਦਨ ਜਾਲੇ, ਸਾਰਾ ਪਰਿਵਾਰ ਬਹੁਤ ਆਨੰਦਿਤ ਹੋਇਆ। ਨੀਤੀ ਮਿਲ ਤ੍ਰੈ ਸਾਸਨ ਸਾਥ, ਬਾਬਾ ਗੁਰਦਿੱਤਾ ਜੀ ਦੇ ਘਰੋਂ ਬੀਬੀ ਨੱਤੀ ਜੀ, ਉਹ ਤਿੰਨੇ ਹੀ ਆਪਣੀਆਂ ਜਿਹੜੀਆਂ ਉਹਨਾਂ ਦੇ ਸੱਸ ਮਾਤਾਵਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨੇ ਮਹਿਲ, ਉਹਨਾਂ ਨੂੰ ਮਿਲੇ ਹਨ। ਕਰ ਬੰਦਤ ਪਗ ਟੇਕਿਓ ਮਾਥ, ਤੇ ਦੋਵੇਂ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਧੰਨ ਧੰਨ ਮਾਤ ਨਾਨਕੀ ਜੀ, ਮਾਤਾ ਮਰਵਾਹੀ ਜੀ, ਤਿੰਨਾਂ ਹੀ ਮਾਤਾਵਾਂ ਨੂੰ ਬਹੁਤ ਪ੍ਰੇਮ ਨਾਲ ਮੱਥਾ ਟੇਕਿਆ। ਮਨ ਹੋ ਆਨੰਦ ਕੇ ਉਦਦ ਮਝਾਰੂ, ਭਾਈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਆਨੰਦ ਦਾ ਸਾਗਰ ਜਿਹੜਾ ਉਮੜਿਆ ਹੋਇਆ ਉਸ ਦੇ ਵਿੱਚ ਮਿਲੇ ਮੀਨ ਸਮ ਸਭ ਪਰਵਾਰੂ। ਤੇ ਜਿਵੇਂ ਗਹਿਰੇ ਜਲ ਵਿੱਚ, ਸਾਗਰ ਵਿੱਚ ਮਛਲੀ ਪ੍ਰਸੰਨ ਹੁੰਦੀ ਹੈ, ਇਸ ਤਰ੍ਹਾਂ ਸਾਰਾ ਪਰਿਵਾਰ ਗੁਰੂ ਪਾਤਸ਼ਾਹ ਜੀ ਦੇ ਆਨੰਦ ਦੇ ਸਾਗਰ ਵਿੱਚ ਆ ਮਿਲਿਆ ਹੈ ਤੇ ਮਾਹੌਲ ਬੜਾ ਆਨੰਦਦਾਇਕ ਬਣਿਆ ਹੈ। ਭਜੇ ਸਦਨ ਦਰ ਪਰ ਸਦੀਆਂ ਨੇ, ਮਹਾਰਾਜ ਜੀ ਦੇ ਦਰਵਾਜ਼ੇ ਤੇ ਖੁਸ਼ੀਆਂ ਦੇ ਜੈਕਾਰੇ ਤੇ ਨਗਾਰੇ ਵੱਜ ਰਹੇ।
ਸੰਗਤਾਂ ਜੈ ਜੈਕਾਰ ਕਰ ਰਹੀਆਂ ਹਨ। ਲਘੁ ਦੀਰਘ ਦੁੰਦਬ ਧੁਨ ਠਾਨੇ। ਛੋਟੇ ਵੱਡੇ ਨਗਾਰੇ ਜਿਨ੍ਹਾਂ ਦੀ ਧੁਨ ਬਹੁਤ ਮਧੁਰ ਹੈ ਤੇ ਬਹੁਤ ਮਹਾਨ ਤੇ ਬੜੀ ਬੁਲੰਦ ਹੈ, ਵੱਜ ਰਹੇ ਹਨ। ਢੋਲ ਨਫੀਰੀ ਝਾਂਜ ਬਜਾਵੇ। ਇਸ ਤਰ੍ਹਾਂ ਢੋਲ ਨਫੀਰੀਆਂ ਛੈਣੇ ਆਦਿਕ ਵੱਜ ਰਹੇ ਹਨ। ਹੋਤ ਕੁਲਾਹਲ ਜਨ ਬਹੁ ਆਵੇ। ਤੇ ਮਹਾਰਾਜ ਜੀ ਦੇ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਤੇ ਬਹੁਤ ਸੰਗਤਾਂ ਮਹਾਰਾਜ ਜੀ ਦੇ ਘਰ ਵਧਾਈਆਂ ਦੇਣ ਵਾਸਤੇ ਪਹੁੰਚ ਰਹੀਆਂ ਹਨ। ਤਿਸ ਨਿਸ ਮਹਿ ਉਤਸਵ ਅਤਨੀ ਕੀਨਾ। ਇਸ ਤਰ੍ਹਾਂ ਉਸ ਸ਼ਾਮ ਨੂੰ ਬੜਾ ਭਾਰੀ ਉਤਸਵ ਹੋਇਆ, ਭਾਵ ਬਹੁਤ ਸੰਗਤਾਂ ਪਹੁੰਚੀਆਂ। ਜਿਵੇਂ ਸਾਰੇ ਸ਼ਗਨ ਕੜਾਹ ਪ੍ਰਸਾਦ ਦੀ ਦੇਗ ਹੈ ਨਾ, ਉਹਦੇ ਵਿੱਚ ਆ ਜਾਂਦੇ ਨੇ, ਐਸੇ ਤਰ੍ਹਾਂ ਸਾਰੇ ਉਤਸਵ, ਸਾਰੇ ਚਾਅ ਮਲਹਾਰ, ਖੁਸ਼ੀਆਂ ਖੇੜੇ ਬਾਣੀ ਦੇ ਕੀਰਤਨ ਵਿੱਚ ਆ ਜਾਂਦੇ। ਜੋ ਬਾਣੀ ਦਾ ਕੀਰਤਨ ਮਿਲ ਕੇ ਸਿੱਖ ਕਰਦੇ ਨੇ, ਉਹਨਾਂ ਨੂੰ ਸਦ ਖੁਸ਼ੀਆਂ ਸਦ ਚਾਓ ਦੀ ਦਾਤ, ਸੈਂਕੜੇ ਖੁਸ਼ੀਆਂ ਤੇ ਸੈਂਕੜੇ ਚਾਅ ਮਲਹਾਰ ਤੇ ਉਹਨਾਂ ਦੀ ਝੋਲੀ ਵਿੱਚ ਸਦਾ ਹੀ ਪੈ ਜਾਂਦੇ ਹਨ। ਤੀਨ ਦਿਵਸ ਦਿਜ ਰਾਖ ਪ੍ਰਬੀਨਾ। ਜਿਹੜੇ ਸਿਆਣੇ ਪੁਰਖ ਸਾਏ ਚਿੱਠੀ ਲੈ ਕੇ ਆਏ ਨੇ, 3 ਦਿਨਾਂ ਤੱਕ ਮਹਾਰਾਜ ਜੀ ਦੇ ਘਰ ਟਿਕੇ ਰਹੇ, ਸੇਵਾ ਹੁੰਦੀ ਰਹੀ। ਬੋਹਰ ਵਿਦਾ ਹੋਏ ਪੁਰ ਕਰਤਾਰਾ। ਤੇ ਫਿਰ ਇਸ ਤਰ੍ਹਾਂ ਵਿਦਾ ਹੋ ਕੇ ਕਰਤਾਰਪੁਰ ਵੱਲ ਜਾਏ ਵਿਪਰ ਸੁਧ ਕਰੀ ਉਚਾਰਾ। ਤੇ ਜਾ ਕੇ ਵਿਪਰ ਨੇ ਜੋ ਸਿਆਣੇ ਗੁਰਸਿੱਖ ਆਏ ਸਨ ਪੱਤਰਕਾ ਲੈ ਕੇ, ਉਹਨਾਂ ਨੇ ਬਾਬਾ ਸੂਰਜਮਲ ਜੀ ਦੇ ਸਹੁਰੇ ਜਾ ਖਬਰ ਦਿੱਤੀ। ਪ੍ਰੇਮ ਚੰਦ ਸੁਨ ਕਰ ਹਰ ਖਾਇਓ। ਤੇ ਬਾਬਾ ਪ੍ਰੇਮ ਚੰਦ ਜੀ, ਬਾਬਾ ਸੂਰਜਮਲ ਜੀ ਦੇ ਸਹੁਰਾ ਪਿਤਾ ਜੀ, ਉਹ ਬਹੁਤ ਪ੍ਰਸੰਨ ਹੋਏ ਕਿ ਮਹਾਰਾਜ ਜੀ ਨੇ ਪ੍ਰਸੰਨਤਾ ਵਿਅਕਤ ਕੀਤੀ ਹੈ ਸੁਣ ਕੇ। ਸੰਚੈ ਸਕਲ ਸਮਾਜ ਕਰਾਇਓ। ਸਾਰਾ ਸਾਜੋ ਸਮਾਨ ਬਈ ਮਹਾਰਾਜ ਆਵਣਗੇ, ਬਾਰਾਤ ਆਵੇਗੀ, ਪਰਿਵਾਰ ਸਤਿਗੁਰੂ ਜੀ ਦੇ ਰਿਸ਼ਤੇਦਾਰ ਆਵਣਗੇ, ਉਹਨਾਂ ਨੂੰ ਕਿੱਥੇ ਕਿੱਥੇ ਠਹਿਰਾਣਾ ਹੈ, ਉਹਨਾਂ ਨੂੰ ਕਿਵੇਂ ਕਿਵੇਂ ਨਿਵਾਜਣਾ ਹੈ, ਭੋਜਨ ਕਰਨਾ ਹੈ, ਉਹ ਸਾਰੀ ਸੁਵਿਵਸਥਾ ਸਾਰੀ ਜਿਹੜੀ ਹੈ ਉਹ ਕਰਦੇ ਪਏ ਨੇ। ਪਟਨਾ ਸਾਹਿਬ ਜੀ ਦੀਆਂ ਸੰਗਤਾਂ ਲਈ ਇੱਕ ਵਾਰੀ ਫਿਰ ਤੋਂ ਬੜਾ ਵੱਡਾ ਸਮਾਂ ਮਹਾਰਾਜ ਪ੍ਰਦਾਨ ਕਰ ਰਹੇ ਨੇ। ਆਉਣ ਵਾਲੀ ਜਨਵਰੀ 3 ਤੋਂ ਲੈ ਕੇ 9 ਜਨਵਰੀ ਤੱਕ ਇਹ ਪਹਿਲੀ ਵਾਰ ਹੋਵੇਗਾ ਕਿ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਇਕੱਠੇ ਮਨਾਏ ਜਾਣਗੇ। ਔਰ ਇਸ ਗੱਲ ਦਾ ਮੈਨੂੰ ਪਤਾ ਹੈ ਬਈ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਰਿਹਾਇਸ਼ਾਂ ਜਿਹੜੀਆਂ ਨੇ ਉਹਨਾਂ ਵਿੱਚ ਫਿਰ ਸਾਨੂੰ ਕਮੀ ਪੈ ਜਾਣੀ। ਭਾਵੇਂ ਪ੍ਰਸ਼ਾਸਨ ਟੈਂਟ ਸਿਟੀਆਂ ਦਾ ਨਿਰਮਾਣ ਕਰੇਗਾ, ਸਾਰਾ ਵਧੀਆ ਤੋਂ ਵਧੀਆ ਹੋਵੇਗਾ, ਪਰ ਪਟਨਾ ਸਾਹਿਬ ਜੀ ਦੀਆਂ ਸੰਗਤਾਂ ਨੂੰ ਇੱਕ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਬਈ ਇਹ ਪਿਤਾ ਪੁੱਤਰ ਦੇ ਇਕੱਠੇ ਜਿਹੜੇ ਮਹਾਨ ਆਗਮਨ ਸਮਾਗਮ ਹੋ ਰਹੇ ਹਨ, ਉਹਨਾਂ ਵਾਸਤੇ ਤੁਸੀਂ ਆਪਣਾ ਇੱਕ ਇੱਕ ਕਮਰਾ ਘੱਟੋ ਘੱਟ ਸੰਗਤਾਂ ਲਈ ਜ਼ਰੂਰ ਰੱਖਣਾ। ਤੇ ਤਖਤ ਸਾਹਿਬ ਵਿਖੇ ਪਹਿਲਾਂ ਹੀ ਆਪਣੀ ਲਿਸਟ ਦੇ ਦੇਣੀ ਹੈ ਵੀ ਅਸੀਂ ਇੱਕ ਕਮਰਾ ਦੇ ਸਕਦੇ ਹਾਂ ਕਿ 2 ਦੇ ਸਕਦੇ ਹਾਂ। ਸੰਗਤਾਂ ਨੂੰ ਇਤਨਾ ਵੱਡਾ ਇਕੱਠ ਹੋਵੇਗਾ ਕਿ ਸਾਰਿਆਂ ਲਈ ਰਿਹਾਇਸ਼ਾਂ ਸਮਾਈ ਔਖੀ ਹੋਵੇਗੀ। ਤੇ ਤੁਸੀਂ ਸਾਰਿਆਂ ਨੇ ਵੀ ਇਸ ਵਾਰੀ ਮਹਾਰਾਜ ਜੀ ਦੀਆਂ ਸੰਗਤਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਠਹਿਰਾਉਣਾ। ਕੀਰਤਨੀਏ ਆਉਣਗੇ, ਮਹਾਂਪੁਰਖ ਆਉਣਗੇ, ਔਰ ਕਈ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀ ਪਹੁੰਚਣਗੇ ਤੇ ਤੁਹਾਡੀਆਂ ਸੇਵਾਵਾਂ ਜ਼ਿੰਮੇਵਾਰੀਆਂ ਜਿਵੇਂ ਤੁਸੀਂ ਪਹਿਲਾਂ ਤੋਂ ਨਿਭਾਉਂਦੇ ਆ ਰਹੇ ਹੋ, ਇਸ ਤਰ੍ਹਾਂ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਣਗੀਆਂ। ਮਹਾਰਾਜ ਜੀ ਦੀ ਐਸੀ ਅਸੀਸ ਬਣੇਗੀ। ਹੁਣ ਤੋਂ ਹੀ ਜਿਹੜਾ ਪ੍ਰਬੰਧ ਕਰਨਾ ਸ਼ੁਰੂ ਕਰ ਦੇਵੀਏ ਔਰ ਇਹ ਮੈਸੇਜ ਦੁਨੀਆ ਭਰ ਤੱਕ ਪਹੁੰਚ ਜਾਵੇ। ਇਸ ਤਰ੍ਹਾਂ ਬਾਬਾ ਪ੍ਰੇਮ ਚੰਦ ਜੀ ਸੇਵਾ ਕਰ ਰਹੇ ਹਨ। ਤ੍ਰਿਣ ਅਰ ਅੰਨ ਕ੍ਰਿਤ ਮਿਸਟਾਨ। ਮਹਾਰਾਜ ਜੀ ਦੇ ਨਾਲ ਆਇਆ ਹੋਏ ਗੁਰਸਿੱਖਾਂ ਦੇ ਘੋੜਿਆਂ ਲਈ ਘਾਹ ਆਦਿ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਘਾਹ, ਦਾਣਾ, ਦਾਲਾਂ ਦੇਣੀਆਂ ਨੇ, ਅੰਨ, ਘਿਓ, ਮਠਿਆਈਆਂ ਆਦਿ ਦਾ
ਪ੍ਰਬੰਧ ਹੋ ਰਿਹਾ ਹੈ। ਦੁਗਨ ਖਰਚ ਤੇ ਕਰੇ ਮਹਾਨ। ਤੇ ਜਿਤਨਾ ਕੋਈ ਮੰਗਦਾ ਹੈ ਭਾਈ ਪ੍ਰੇਮ ਚੰਦ ਉਹਨਾਂ ਨੂੰ ਦੁੱਗਣਾ ਦਿੰਦੇ ਹਨ। ਬਈ ਤੁਸੀਂ ਜਿਹੜਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਇਸੀ ਰੀਤ ਦਿਨ ਕਿਤਕ ਬਿਤਾਏ। ਐਸੇ ਤਰ੍ਹਾਂ ਸੇਵਾ ਸਨਮਾਨ ਦਾ ਪ੍ਰਬੰਧ ਕਰਦਿਆਂ ਕਈ ਦਿਨ ਬੀਤ ਗਏ ਹਨ। ਮੇਲ ਬਸੋਏ ਕੋ ਨਿਹਰਾਏ। ਤੇ ਹੁਣ ਨਾਲੇ ਵਿਸਾਖੀ ਦਾ ਮੇਲਾ ਸਮਾਗਮ ਵੀ ਨੇੜੇ ਆ ਰਿਹਾ ਹੈ। ਸਭਨ ਸਥਾਨ ਸੰਬੰਧੀ ਜੇਤੇ। ਸਾਰੇ ਅਸਥਾਨਾਂ ਤੇ ਵੱਖ-ਵੱਖ ਨਗਰਾਂ ਵਿੱਚ ਸ਼ਹਿਰਾਂ ਵਿੱਚ ਜਿਤਨੀਆਂ ਮਹਾਰਾਜ ਦੀਆਂ ਸੰਗਤਾਂ ਨੇ, ਗੁਰਸਿੱਖ ਨੇ ਔਰ ਰਿਸ਼ਤੇਦਾਰ ਸੰਬੰਧੀ ਆਦਿਕ ਹਨ, ਵੱਡ ਨਰ ਕਰੇ ਹਕਾਰਨ ਤੇ ਉਹਨਾਂ ਨੂੰ ਸਾਰਿਆਂ ਨੂੰ ਮਹਾਰਾਜ ਜੀਆਂ ਨੇ ਬੰਦੇ ਭੇਜ ਕੇ, ਹੁਕਮਨਾਮੇ ਭੇਜ ਕੇ ਬੁਲਾਇਆ ਹੈ। ਜਹ ਕਹਿ ਵਿਆਹ ਸੁਨਤ ਹਰ ਖਾਏ। ਜਿੱਥੇ ਕਿਤੇ ਭਾਵ ਹਰ ਜਗ੍ਹਾ ਗੁਰਸਿੱਖਾਂ ਨੂੰ ਪਤਾ ਚੱਲਿਆ ਵੀ ਮਹਾਰਾਜ ਜੀ ਦੇ ਘਰ ਵਿੱਚ ਉਹਨਾਂ ਦੇ ਸਪੋਤਰੇ ਬਾਬਾ ਸੂਰਜਮਲ ਜੀ ਦਾ ਆਨੰਦ ਕਾਰਜ ਹੈ ਤੇ ਸਭ ਪਾਸੇ ਖੁਸ਼ੀਆਂ ਦੀਆਂ ਲਹਿਰਾਂ ਹਨ। ਭਲੀ ਭਈ ਐਸੇ ਦਿਨ ਆਏ। ਸਾਰੇ ਕਹਿੰਦੇ ਨੇ ਵੀ ਚੰਗਾ ਹੋਇਆ ਬਾਬਾ ਅਟਲ ਜੀ ਦੇ ਚਲਾਣੇ ਤੋਂ ਬਾਅਦ ਪਹਿਲਾ ਸਮਾਂ ਮਹਾਰਾਜ ਜੀ ਦੇ ਘਰ ਵਿੱਚ ਆਨੰਦ ਕਾਰਜ ਦਾ ਆਇਆ ਹੈ ਤੇ ਅਸੀਂ ਦਰਸ਼ਨਾਂ ਲਈ ਪਹੁੰਚਣਾ ਹੈ। ਆਛੀ ਰਿਤ ਬੋ ਤਪਤ ਨ ਸੀਤ। ਤੇ ਨਾਲੇ ਸਾਰੇ ਕਹਿੰਦੇ ਵੀ ਚੰਗੀ ਰੁੱਤ ਹੈਗੀ ਹੈ, ਨਾ ਬਹੁਤੀ ਗਰਮੀ ਹੋਵੇਗੀ ਨਾ ਬਹੁਤੀ ਸਰਦੀ। ਸਮਾਂ ਬੜਾ ਸੁਹਾਵਣਾ ਹੈ। ਉਸ ਸਮੇਂ ਟੈਂਪਰੇਚਰ ਅੱਜ ਵਾਂਗੂ ਨਹੀਂ ਸੀ, ਗਲੋਬਲ ਵਾਰਮਿੰਗ ਨਹੀਂ ਸੀ। ਤੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਜਦੋਂ ਸਵੇਰੇ ਪਿੰਡਾਂ ਵਿੱਚ ਜਾਗਣਾ ਤੇ ਜਿਹੜਾ ਘਾਹ ਆਦਿਕ ਹੁੰਦਾ ਸੀ ਉਹਨਾਂ ਦੇ ਬਰਫ਼ ਜੰਮੀ ਹੁੰਦੀ ਸੀ, ਕਹਿੰਦੇ ਸੀ ਕੱਕਰ ਪਿਆ ਹੋਇਆ, ਹੱਥ ਸਿੱਧੇ ਨਹੀਂ ਹੁੰਦੇ ਸਨ। ਔਰ ਇਹ ਜਿਹੜਾ ਮੌਸਮ ਹੈ ਠੰਡਾ, ਇਹ ਕਾਫੀ ਵਿਸਾਖ ਤੱਕ ਚੱਲਦਾ ਹੁੰਦਾ ਸੀ। ਤੇ ਫਿਰ ਅੱਗੇ ਜਾ ਕੇ ਵਿਸਾਖ 15 ਤੋਂ ਬਾਅਦ ਵੀ ਐਸਾ ਰਹਿੰਦਾ ਸੀ, ਦਿਨੇ ਧੁੱਪ ਲੱਗਦੀ ਸੀ, ਰਾਤੀ ਰਜਾਈਆਂ ਲੈਣੀਆਂ ਪੈਂਦੀਆਂ ਸੀ। ਉਹ ਸਮਾਂ ਜਿਹੜਾ ਗੁਲਾਬੀ ਮੌਸਮ ਹੁੰਦਾ ਹੈ। ਆਖਿਆ ਬਹੁਤ ਮਹਾਰਾਜ ਦੇ ਘਰ ਵਿੱਚ ਖੁਸ਼ੀਆਂ ਨੇ ਤੇ ਸੰਗਤਾਂ ਕਹਿੰਦੀਆਂ ਨੇ ਸਮਾਂ ਬੜਾ ਵਧੀਆ ਰੱਖਿਆ, ਨਾ ਬਹੁਤੀ ਗਰਮੀ ਹੈ ਤੇ ਨਾ ਬਹੁਤੀ ਸਰਦੀ ਹੈ, ਬਸੰਤ ਰੁੱਤ ਵਾਂਗੂ ਹੈ। ਉਤ ਸਭ ਸਾਦੀ ਕੀ ਸਭ ਰੀਤ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਉਤਸ਼ਾਹ ਹੈ, ਜਿਸ ਤਰ੍ਹਾਂ ਆਨੰਦ ਕਾਰਜ ਹੋਵੇਗਾ ਉਹ ਸਾਰਾ ਉਹ ਰੀਤ ਆਦਿਕ ਜੋ ਕਰਦੇ ਸਨ। ਮੈਂ ਫਿਰ ਅਰਜ਼ ਕਰਾਂ, ਭਾਈ ਸਾਹਿਬ ਜੀ ਨੇ ਖੁਦ ਕਈ ਜਗ੍ਹਾ ਲਿਖਿਆ ਕਿ ਗੁਰੂ ਘਰ ਵਿੱਚ ਰੀਤਾਂ ਰਸਮਾਂ ਸਾਰੀਆਂ ਗੁਰਮਤ ਅਨੁਸਾਰ, ਦੂਜੀ ਕੋਈ ਹੋਰ ਰੀਤ ਰਸਮ ਨਹੀਂ ਹੁੰਦੀ ਹੈ। ਹੁਣ ਬੜ ਹੋਏ ਸੁਧਾਸਰ ਮੇਲਾ। ਔਰ ਇਸ ਤਰ੍ਹਾਂ ਦੇ ਨਾਲ ਸਾਰੇ ਕਹਿੰਦੇ ਨਾਲੇ ਵਿਆਹ ਦਾ ਸਮਾਗਮ ਹੋਵੇਗਾ, ਆਨੰਦ ਕਾਰਜ ਦਾ ਸਮਾਗਮ ਹੋਵੇਗਾ ਤੇ ਨਾਲੇ ਵਿਸਾਖੀ ਦਾ ਵੱਡਾ ਜੋੜ ਮੇਲਾ ਵੀ ਹੋਵੇਗਾ। ਸਿੱਖ ਮਸੰਦਨ ਬਨ ਹੈ ਸਕੇਲਾ। ਤੇ ਮਹਾਰਾਜ ਜੀ ਦੇ ਦੂਰ ਦਰਾਜ ਦੇ ਦੇਸ਼ਾਂ ਦੇ ਸਿੱਖ ਵੀ ਵਿਸਾਖੀ ਵੇਲੇ ਆਉਂਦੇ ਸਨ ਤੇ ਜਿਹੜੇ ਨਿਵਾਜੇ ਹੋਏ ਮਸਨਦੀ ਸਿੱਖ ਸਨ, ਮਹਾਰਾਜ ਜੀ ਦੀ ਕਾਰ ਭੇਟਾ ਇਕੱਠੀ ਕਰਨ ਵਾਲੇ, ਸੰਗਤਾਂ ਨੂੰ ਜੋੜਨ ਵਾਲੇ, ਉਹ ਸਾਰੇ ਵੀ ਆਵਣਗੇ। ਜਾਂ ਤੇ ਬਹੁ ਆਨੰਦ ਕਰ ਮੇਲੀ। ਇਸ ਕਰਕੇ ਬੜਾ ਵੱਡਾ ਆਨੰਦ ਦਾ ਮੇਲਾ, ਜੋੜ ਮੇਲਾ ਬਣੇਗਾ। ਆਵਹਿ ਘਰ ਕੋ ਕਾਰਜ ਪੇਲੀ। ਤੇ ਸਾਰੇ ਰਿਸ਼ਤੇਦਾਰ, ਸਿੱਖ ਸੰਗਤਾਂ, ਮੇਵੜੇ ਮਸੰਦ ਆਪਣੇ ਕਾਰੋਬਾਰ ਪਿੱਛੇ ਕਰਕੇ ਕਿ ਕੋਈ ਗੱਲ ਨਹੀਂ, ਕੁਝ ਕਹਿੰਦੇ ਆ ਕੰਮ ਕਰਕੇ ਜਾਵਾਂਗੇ, ਪਰ ਫਿਰ ਕਹਿੰਦੇ ਕੰਮ ਤਾਂ ਹੁੰਦਾ ਰਹੇਗਾ, ਬਾਅਦ 'ਚ ਕਰ ਲਵਾਂਗੇ, ਪਹਿਲੇ ਮਹਾਰਾਜ ਜੀ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਆਈਏ। ਬ੍ਰਿੰਦ ਮਨੁਜ ਕੋ ਲੈ ਲੈ ਸਾਥ। ਇੱਕ ਇੱਕ ਸਿੱਖ ਕਈ ਕਈ ਹੋਰਨਾਂ ਨੂੰ ਨਾਲ ਲੈ ਕੇ ਆਨ ਬਿਲੋ ਕੇ ਸ੍ਰੀ ਗੁਰਨਾਥ। ਸੰਸਾਰ ਦੇ ਸਭ ਤੋਂ ਸਨਮਾਨਯੋਗ ਤੇ ਗੁਰੂ ਕਰਕੇ ਜਿਤਨੇ ਪੂਜੇ ਗਏ ਹਨ, ਉਹਨਾਂ ਸਾਰਿਆਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਲਕ ਹੈਗੇ। ਸ੍ਰੀ ਗੁਰੂਨਾਥ ਉਹਨਾਂ ਸਭ ਦੇ ਮਾਲਕ ਨੇ, ਅਨੰਤ ਬ੍ਰਹਮੰਡਾਂ ਦੇ ਮਾਲਕ ਨੇ, ਉਹਨਾਂ ਦੇ ਦੀਦਾਰ ਲਈ ਆਏ ਹਨ। ਦਾਤੂ ਕੇ ਸੁਤ ਸਹਿਤ ਕੁਟੰਬ। ਬਾਬਾ ਦਾਤੂ ਜੀ, ਦਾਸੂ ਜੀ ਦਾ ਸਾਰਾ ਪਰਿਵਾਰ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ,
ਇਹ ਨਿਵਾਜੇ ਹੋਏ ਸਾਰੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਏ ਮਿਲੇ ਗੁਰਹੀਨ ਬਿਲੰਬ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਰ ਕਰਨ ਤੋਂ ਬਿਨਾ ਭਾਵ ਝਟਪਟ ਆ ਦਰਸ਼ਨ ਕੀਤੇ ਹਨ। ਗੋਇੰਦਵਾਲ ਵਿਸਾਲ ਉਤਾਲੇ। ਗੋਇੰਦਵਾਲ ਦੇ ਸਾਰੇ ਹੀ ਸਿੱਖ ਪਰਿਵਾਰ ਬਹੁਤ ਕਾਲੀ ਕਾਲੀ ਵਿੱਚ ਭਾਵ ਜਲਦੀ ਜਲਦੀ ਸਮਾਂ ਜ਼ਾਇ ਕੀਤੇ ਬਿਨਾ ਸਭ ਪਰਿਵਾਰ ਹੋਏ ਨਰ ਜਾਲੇ। ਸਾਰੇ ਪਰਿਵਾਰ ਇਕੱਠੇ ਹੋਏ ਨੇ, ਬਹੁਤ ਵੱਡੀ ਗਿਣਤੀ ਹੋ ਗਈ ਹੈ। ਸੁਦਾ ਸਰੋਵਰ ਕੋ ਚਲ ਆਏ। ਸਾਰੇ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਭਾਵ ਅੰਮ੍ਰਿਤਸਰ ਦੀਦਾਰ ਲਈ ਆ ਪਹੁੰਚੇ ਹਨ। ਜਥਾ ਜੋਗ ਮਿਲ ਗੁਰ ਹਰ ਖਾਏ। ਤੇ ਜਥਾ ਜੋਗ ਸਾਰੇ ਮਹਾਰਾਜ ਜੀ ਕੋਲ ਭੇਟਾਵਾਂ ਲੈ ਕੇ ਆਏ ਨੇ, ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਸਾਰੇ ਬੜੇ ਹਰਸ਼ਿਤ ਨੇ, ਮਨ ਬੜਾ ਪ੍ਰਸੰਨ ਹੈ। ਗੁਰੂ ਸਾਹਿਬ ਦੀ ਪ੍ਰਸੰਨਤਾ ਜੋ ਝੋਲੀ 'ਚ ਪੈ ਰਹੀ ਹੈ। ਡੱਲੇ ਡਾਰੋਲੀ ਮੰਡੀਆਲੀ। ਇਸ ਤਰ੍ਹਾਂ ਭਾਈ ਕੀ ਡਰੌਲੀ ਵਾਲੇ ਪਰਿਵਾਰ, ਭਾਈ ਸਾਈਂ ਦਾਸ ਸਾਧਕ, ਭਾਈ ਡੱਲੇ ਵਾਲੇ ਤੇ ਮੰਡਿਆਲੀ ਵਾਲੇ ਮਹਾਰਾਜ ਜੀ ਦੇ ਸਾਰੇ ਰਿਸ਼ਤੇਦਾਰ ਸਹੁਰੇ ਆਦਿਕ ਆਏ ਸੰਗਤ ਸੰਗ ਵਿਸਾਲੀ। ਉਹਨਾਂ ਨਾਲ ਵੀ ਵੱਡੀ ਸੰਗਤ, ਵੱਡਾ ਇਕੱਠ ਨਾਲ ਆਇਆ ਹੈ। ਮਊ ਮੱਲੇ ਅਰ ਨਗਰ ਬਟਾਲੇ। ਐਸੇ ਤਰ੍ਹਾਂ ਜਿਹੜਾ ਮਊ ਹੈ, ਮਊ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਹੁਰੇ, ਮਾਤਾ ਗੰਗਾ ਜੀ ਦੇ ਪੇਕੇ। ਐਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਬਟਾਲਾ ਆਦਿਕ ਨਗਰਾਂ 'ਚੋਂ ਜਿਤਨੇ ਮੱਲਾ ਨਗਰ ਮਹਾਰਾਜ ਜੀ ਦੇ ਰਿਸ਼ਤਿਆਂ ਵਿੱਚ ਪਰਿਵਾਰ ਹਨ, ਉਹ ਸਾਰੇ ਵੀ ਆਪ ਪਹੁੰਚੇ ਹਨ। ਆਏ ਮਿਲੇ ਜੁਤ ਮਾਨਵ ਜਾਲੇ। ਔਰ ਇਸ ਤਰ੍ਹਾਂ ਦੇ ਨਾਲ ਬੜੇ ਸਿਆਣੇ ਲੋਕ ਹੋਰ ਵੀ ਮਹਾਰਾਜ ਜੀ ਦੇ ਨਾਲ ਵੱਡਾ ਇਕੱਠ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਆਇਆ ਹੈ। ਇਸ ਤਰ੍ਹਾਂ ਰੌਣਕ ਵੱਧਦੀ ਜਾ ਰਹੀ ਤੇ ਸੰਗਤਾਂ ਹੋਰ ਆਉਂਦੀਆਂ ਜਾ ਰਹੀਆਂ ਹਨ। ਪਰ ਹੁਣ ਇਸ ਵੇਲੇ ਚੂँਕਿ ਵਕਤ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ ਆਪ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਸਹਿਤ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਪਾਤਸ਼ਾਹ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਘਰ ਵਿਖੇ ਪ੍ਰਵਾਨ ਕਰਨ। ਸਾਡੇ ਬਹੁਤ ਹੀ ਸਤਿਕਾਰਯੋਗ ਨਾਮ ਰਸਕ ਆਤਮਾ ਭਾਈ ਰਣਜੀਤ ਸਿੰਘ ਜੀ ਨੂੰ ਮੈਂ ਦੇਖਦਾ ਸਾਰੇ ਕੰਮ ਛੱਡ ਕੇ ਤੇ ਕਥਾ ਦੇ ਟਾਈਮ ਐਨ ਆ ਜਾਂਦੇ। ਭਾਈ ਦਰਸ਼ਨ ਸਿੰਘ ਜੀ ਉਹਨਾਂ ਦੇ ਨਾਲ ਸੁਭਾਏਮਾਨ ਨੇ। ਭਾਈ ਜਰਨੈਲ ਸਿੰਘ ਜੀ, ਹਰਭਜਨ ਸਿੰਘ ਜੀ ਹਰ ਰੋਜ਼ ਮਹਾਰਾਜ ਜੀ ਦਾ ਨਿਸ਼ਾਨ ਸਾਹਿਬ ਮੋਢੇ 'ਤੇ ਰੱਖ ਕੇ ਚੌਂਕੀ ਵਿੱਚ ਸੇਵਾ ਕਰਦੇ ਨੇ। ਹੋਰ ਸੰਗਤਾਂ, ਮੈਂਬਰ ਸਾਹਿਬਾਨ, ਭਾਈ ਰਾਜਾ ਸਿੰਘ ਜੀ ਦੇ ਦਰਸ਼ਨ ਹੋ ਰਹੇ ਹਨ। ਹੋਰ ਸੰਗਤਾਂ ਪਹੁੰਚੀਆਂ ਨੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਰੋਜ਼ ਹੀ ਸ਼ਰਧਾ ਸਤਿਕਾਰ ਸਹਿਤ ਆ ਕੇ ਹਾਜ਼ਰੀਆਂ ਭਰਦੇ ਨੇ। ਸਾਰਿਆਂ ਦੀਆਂ ਝੋਲੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦਰ ਦੀਆਂ ਮਿਹਰਾਂ ਨਾਲ ਭਰ ਕੇ ਨਿਵਾਜ। ਬਾਰੰਬਾਰ ਸਭ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਉਹ 2 ਮਿੰਟ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।